10th ਦੇ ਫਾਈਨਲ ਐਗਜ਼ਾਮ ਤੋਂ 3 ਦਿਨ ਪਹਿਲਾਂ ਮੈਨੂੰ ਪੈਰਾਲਿਟਿਕ ਅਟੈਕ ਹੋ ਗਿਆ ਔਰ ਉਹਦੇ ਨਾਲ ਮੇਰਾ ਵੇਸਟ ਡਾਊਨਵਰਡ ਪੋਰਸ਼ਨ ਜਿਹੜਾ ਹੈ ਉਹ ਪੈਰਾਲਾਈਜ਼ ਹੋ ਗਿਆ। ਤਕਰੀਬਨ 31 ਇਅਰਸ ਹੋ ਜਾਣੇ ਆ ਨੈਕਸਟ ਮਾਰਚ ਨੂੰ, ਤੇ ਤੁਸੀਂ ਦੇਖ ਲਓ ਇੰਨੇ ਸਾਲਾਂ ਤੋਂ ਮੈਂ ਵੀਲ ਚੇਅਰ ਤੇ ਹਾਂ। ਮੁਸ਼ਕਿਲਾਂ ਤਾਂ ਇਸ ਤਰ੍ਹਾਂ ਸੀ ਜੀ, ਜਦੋਂ ਕਾਲਜ ਦੇ ਵਿੱਚ ਐਂਟਰ ਹੋਣ ਲੱਗੇ ਤਾਂ ਉਹ ਐਡਮਿਸ਼ਨ ਹੀ ਨਹੀਂ ਸੀ ਦੇ ਰਹੇ ਪਹਿਲਾਂ। ਵੱਖ-ਵੱਖ ਡੀਸੀ ਸਾਹਿਬਾਨ ਵੱਲੋਂ ਮੈਨੂੰ 1997, 2009 ਔਰ 2020 ਦੇ ਵਿੱਚ ਸਨਮਾਨਿਤ ਕੀਤਾ ਜਾ ਚੁੱਕਾ ਹੈ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਆਪਣੇ ਯੋਗਦਾਨ ਵਾਸਤੇ। ਇੱਕ ਤਾਂ ਮੈਮ ਬਹੁਤ ਜ਼ਿਆਦਾ ਮਤਲਬ ਬਰੇਵ ਆ ਕਿ ਉਹਨਾਂ ਨੇ ਆਪਣੀ ਕਮੀ ਨੂੰ ਇੰਨਾ ਜ਼ਿਆਦਾ ਮਤਲਬ ਉਹ ਇੱਥੇ ਤੱਕ ਪਹੁੰਚੇ। ਹਰ ਕੋਈ ਨਹੀਂ ਪਹੁੰਚ ਸਕਦਾ ਇੱਥੇ, ਸਾਰੇ ਹਾਰ ਜਾਂਦੇ ਕਿ ਨਹੀਂ ਹੁਣ ਮੇਰੇ ਤੋਂ ਨਹੀਂ ਹੋਣਾ ਹੈਗਾ, ਲੇਕਿਨ ਸਾਨੂੰ ਮੈਮ ਤੋਂ ਇਹ ਸਿੱਖਣਾ ਚਾਹੀਦਾ ਕਿ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ, ਹਿੰਮਤ ਰੱਖਣੀ ਚਾਹੀਦੀ ਆ, ਆਪਣੇ ਆਪ ਤੇ ਭਰੋਸਾ ਰੱਖਣਾ ਚਾਹੀਦਾ ਆ ਕਿ ਅਸੀਂ ਅੱਗੇ ਵੱਧ ਸਕਦੇ ਆ। ਮਤਲਬ ਅਗਰ ਮੇਰੇ ਮਾਂ ਦਾ ਸਪੋਰਟ ਨਾ ਹੁੰਦਾ ਤਾਂ ਪਹਿਲੀ ਗੱਲ ਸ਼ਾਇਦ ਮੈਂ ਜੀਂਦੀ ਹੀ ਨਾ। ਹੋ ਸਕਦਾ ਹੈ ਹੁਣ ਤੱਕ ਮੈਂ ਕਿੰਨੇ ਸਾਲ ਪਹਿਲਾਂ ਮਰ ਚੁੱਕੀ। ਤੇ ਮੈਮ ਤੋਂ ਸਭ ਤੋਂ ਜ਼ਿਆਦਾ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਬੰਦਾ ਆਪਣੀ ਜੋ ਵੀ ਕਮੀਆਂ ਆ ਉਹਨੂੰ ਅਸੀਂ ਕਿੱਦਾਂ ਬਿਹਤਰ ਬਣਾ ਸਕਦੇ। ਬੇਹਿੰਮ ਤੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਜਾਂਦੇ ਸੀਨਾ ਚੀਰ ਕੇ ਪੱਥਰਾਂ ਦਾ। ਸੋ ਸਾਰਿਆਂ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਮੈਂ ਅਮਨਦੀਪ ਸਿੰਘ ਗੜੀ ਤੇ ਤੁਸੀਂ ਦੇਖ ਰਹੇ ਹੋ ਜਿੰਦਾਬਾਦ ਚੈਨਲ। ਸੋ ਅੱਜ ਆਪਾਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪਹੁੰਚੇ ਹੋਏ ਹਾਂ। ਇੱਕ ਅਲੱਗ ਵਿਲੱਖਣ ਜਿਹੜੀ ਸਟੋਰੀ ਆ ਉਹ ਤੁਹਾਡੇ ਸਾਹਮਣੇ ਆਪਾਂ ਲੈ ਕੇ ਰੂਬਰੂ ਹੋਏ ਹਾਂ। ਮੈਂ ਪਹਿਲੇ ਹੀ ਦਰਸ਼ਕਾਂ ਨੂੰ ਕਹਿ ਦੇਣਾ ਚਾਹੁੰਦਾ ਕਿ ਇਸ ਨੂੰ ਲਾਈਕ, ਕਮੈਂਟ, ਸ਼ੇਅਰ ਕਰ ਦਿਓ, ਕਿਉਂਕਿ ਬਾਅਦ ਵਿੱਚ ਵੀ ਤੁਸੀਂ ਆਪਣੇ ਆਪ ਜਿਹੜੀ ਆ ਉਹ ਕਰੇ ਦੇਣੀ ਹੈ। ਕਿਉਂਕਿ ਇਸ ਸਟੋਰੀ ਵਿੱਚ ਕਹਿ ਸਕਦੇ ਕਿ ਇੱਕ ਜ਼ਿੰਦਗੀ ਨੂੰ ਜਿਉਣ ਦੀ ਬਹੁਤ ਹੀ ਲੋਕਾਂ ਦੀ ਆਸ ਜਗਣੀ, ਜਿਹੜੇ ਜ਼ਿੰਦਗੀ ਤੋਂ ਫੇਲ ਹੋ ਚੁੱਕੇ ਆ ਜਾਂ ਜ਼ਿੰਦਗੀ ਵਿੱਚ ਕਹਿੰਦੇ ਕਿ ਅਸੀਂ ਕੋਈ ਜ਼ਿੰਦਗੀ 'ਚ ਕੁਛ ਕਰ ਨਹੀਂ ਸਕਦੇ। ਸੋ ਸਾਡੇ ਨਾਲ ਗੱਲਬਾਤ ਕਰਨ ਲਈ ਜਿਹੜੇ ਆ ਪੂਜਾ ਮੈਮ ਜੁੜੇ ਹੋਏ ਨੇ। ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ, ਸਟੋਰੀ ਤੁਹਾਡੇ ਸਾਹਮਣੇ ਜਿਹੜੇ ਆ ਰੂਬਰੂ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਾਡੇ ਚੈਨਲ ਉੱਤੇ ਜੀ। ਸਤਿ ਸ਼੍ਰੀ ਅਕਾਲ ਤੇ ਥੈਂਕ ਯੂ ਸੋ ਮਚ ਜੀ। ਮੈਮ ਤੁਹਾਡੇ ਨਾਲ ਆਪਾਂ ਗੱਲਬਾਤ ਕਰਨ ਆਏ ਹਾਂ। ਮੈਂ ਕਈ ਵਾਰ ਤੁਹਾਡੇ ਸਕੂਲ ਆਇਆ, ਤੁਹਾਨੂੰ ਦੇਖਿਆ, ਤੁਹਾਨੂੰ ਬੱਚੇ ਹੈ ਨਾ ਵੀਲ ਚੇਅਰ 'ਤੇ ਉੱਧਰ ਲੈ ਕੇ ਜਾਂਦੇ, ਕਦੇ ਇੱਧਰ ਲੈ ਕੇ ਜਾਂਦੇ, ਅਤੇ ਮੈਂ ਨੋਟਿਸ ਕੀਤਾ ਕਿਉਂਕਿ ਸਕੂਲ 'ਚ ਮੈਮ ਪੜ੍ਹਿਆ, ਅਸੀਂ ਇਸ ਤਰ੍ਹਾਂ ਦੇ ਕਦੇ ਟੀਚਰ ਹੈ ਨਾ ਦੇਖੇ ਨਹੀਂ। ਅਤੇ ਤੁਹਾਡੇ ਬਾਰੇ ਦੇਖ ਕੇ ਮੇਰੇ ਦਿਲ ਵਿੱਚ ਜ਼ਰੂਰ ਇੱਕ ਸਵਾਲ ਆਇਆ ਕਿ ਮੈਮ ਨੂੰ ਮਿਲਿਆ ਜਾਵੇ, ਜਾਣਿਆ ਜਾਵੇ ਮੈਮ ਬਾਰੇ। ਇਹ ਮੈਮ ਸਟੋਰੀ ਕੀ ਹੈ ਜੀ ਤੁਹਾਡੀ? ਜੀ ਸਰ, ਬੇਸਿਕਲੀ ਮੈਂ ਸ਼ੁਰੂ ਤੋਂ ਡਿਸੇਬਲਡ ਨਹੀਂ ਸੀ। ਪਹਿਲਾਂ ਮੈਂ ਬਿਲਕੁਲ ਠੀਕ ਸੀ। ਮੇਰਾ ਬਚਪਨ 10th ਤੱਕ ਮੈਂ ਬਿਲਕੁਲ ਠੀਕ ਸੀ। 10th ਦੇ ਫਾਈਨਲ ਐਗਜ਼ਾਮ ਤੋਂ 3 ਦਿਨ ਪਹਿਲਾਂ ਮੈਨੂੰ ਪੈਰਾਲਿਟਿਕ ਅਟੈਕ ਹੋ ਗਿਆ ਔਰ ਉਹਦੇ ਨਾਲ ਮੇਰਾ ਵੇਸਟ ਡਾਊਨਵਰਡ ਪੋਰਸ਼ਨ ਜਿਹੜਾ ਹੈ ਉਹ ਪੈਰਾਲਾਈਜ਼ ਹੋ ਗਿਆ ਔਰ ਉਹਦੇ ਨਾਲ ਉਸੇ ਦਿਨ ਤੋਂ ਫਿਰ ਮੈਂ ਵੀਲ ਚੇਅਰ 'ਤੇ ਆ ਗਈ ਹਾਂ ਔਰ ਹੁਣ ਤਕਰੀਬਨ 31 ਇਅਰਸ ਹੋ ਜਾਣੇ ਆ ਨੈਕਸਟ ਮਾਰਚ ਨੂੰ, ਤੇ ਤੁਸੀਂ ਦੇਖ ਲਓ ਇੰਨੇ ਸਾਲਾਂ ਤੋਂ ਮੈਂ ਵੀਲ ਚੇਅਰ 'ਤੇ ਹਾਂ। ਬਸ ਇਹੀ ਮਤਲਬ ਮੇਰੀ ਇਸ ਡਿਸੇਬਿਲਿਟੀ ਦਾ ਇਹੀ ਜੋ ਸਟੋਰੀ ਹੈ ਅੱਜ ਤੱਕ ਇਹੀ ਹੈ। ਉਸ ਤੋਂ ਬਾਅਦ ਫਿਰ 10th ਉਸ ਸਾਲ ਨਹੀਂ ਪੜ੍ਹੀ। ਨੈਕਸਟ ਈਅਰ ਮੈਂ 10th ਫਿਰ ਸਕੂਲ ਜੁਆਇਨ ਕੀਤਾ। ਦੈਨ 10th ਤੋਂ ਬਾਅਦ ਫਿਰ BA ਕੀਤੀ ਕਾਲਜ ਦੇ ਵਿੱਚ, BLM ਗਰਲਸ ਕਾਲਜ ਦੇ ਵਿੱਚ। ਉਸ ਤੋਂ ਬਾਅਦ B.Ed ਕੀਤੀ DN ਕਾਲਜ ਫॉर ਵੂਮਨ, ਉੱਥੇ B.Ed ਕੀਤੀ। ਦੈਨ ਉਸ ਤੋਂ ਬਾਅਦ ਰੈਗੂਲਰ ਪੋਸਟ ਗ੍ਰੈਜੂਏਸ਼ਨ ਇੰਗਲਿਸ਼ ਕੀਤੀ SCD ਕਾਲਜ ਲੁਧਿਆਣਾ ਔਰ ਉਸ ਤੋਂ ਬਾਅਦ ਲੱਕੀਲੀ ਮੈਨੂੰ ਗਵਰਨਮੈਂਟ ਜੋਬ ਮਿਲ ਗਈ 2001 ਦੇ ਵਿੱਚ ਔਰ ਫਿਰ ਮੈਂ ਉਦੋਂ ਤੋਂ ਮੈਂ ਸਰਵਿਸ ਦੇ ਵਿੱਚ ਹਾਂ ਐਜ਼ ਇੰਗਲਿਸ਼ ਲੈਕਚਰ ਮੈਂ ਜੋਬ ਕਰ ਰਹੀ ਹਾਂ। ਮੈਮ ਜਦੋਂ ਤੁਹਾਡੇ ਨਾਲ ਇਸ ਤਰ੍ਹਾਂ ਇੱਕਦਮ ਵਾਕਿਆ ਹੋ ਜਾਂਦਾ ਹੈ ਨਾ, ਤੁਹਾਡੇ ਨਾ ਮਤਲਬ ਜਿਹੜਾ ਤੁਹਾਨੂੰ ਅਟੈਕ ਆ ਜਾਂਦਾ ਇਸ ਤਰ੍ਹਾਂ ਦਾ ਹੈ ਨਾ, ਉਹਦੇ ਬਾਅਦ ਵਿੱਚ ਮਤਲਬ ਕਿਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਆ ਕਿ ਤੁਸੀਂ ਦੁਬਾਰਾ ਫਿਰ ਹੈ ਨਾ ਸਟੱਡੀ ਵਿੱਚ ਆ ਗਏ ਦੁਬਾਰਾ ਹੈ ਨਾ, ਇਹ ਕਿਸ ਤਰ੍ਹਾਂ ਸਭ ਕੁਝ ਹੋਇਆ? ਕਿਉਂਕਿ ਜੇ ਗੱਲ ਕਰ ਲਈਏ ਕਿਸੇ ਨਾਲ ਵੀ ਇਸ ਤਰ੍ਹਾਂ ਸਰੀਰਕ ਤੌਰ 'ਤੇ ਕੋਈ ਵੀ ਇਨਸੀਡੈਂਟ ਹੋ ਜਾਂਦਾ ਆ ਤਾਂ ਬੰਦੇ ਜ਼ਿਆਦਾਤਰ 100 ਚੋਂ 95% ਕਹਿ ਸਕਦੇ ਕਿ ਹਿੰਮਤ ਹਾਰ ਜਾਂਦੇ, ਉਹ ਕਹਿੰਦੇ ਸਾਡਾ ਤਾਂ ਕੁਛ ਬਣਨਾ ਹੀ ਨਹੀਂ ਜੀ। ਐਕਚੁਅਲੀ ਮੈਂ ਸ਼ੁਰੂ ਤੋਂ ਇੱਕ ਬ੍ਰਾਈਟ ਸਟੂਡੈਂਟ ਰਹੀ ਹਾਂ। ਮੈਂ ਹਰ ਸਾਲ ਫਸਟ ਆਉਂਦੀ ਹੁੰਦੀ ਸੀ ਆਪਣੀ ਕਲਾਸ ਦੇ ਵਿੱਚੋਂ। ਜਦੋਂ ਮੈਨੂੰ ਇਹ ਅਟੈਕ ਹੋਇਆ ਉਸ ਟਾਈਮ
ਆਬਵੀਅਸਲੀ ਮੈਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਾ ਕਿ ਪ੍ਰੋਬਲਮ ਕੀ ਆਈ, ਕਿਉਂਕਿ ਮੈਂ ਉਦੋਂ ਤੱਕ ਆਪਣੀ ਲਾਈਫ ਦੇ ਵਿੱਚ ਕਦੀ ਐਦਾਂ ਦੇ ਕੇਸਿਸ ਨਹੀਂ ਦੇਖੇ ਸੀ, ਆਪਣੀ ਜ਼ਿੰਦਗੀ 'ਚ ਕਦੀ ਐਦਾਂ ਦੇ ਪਰਸਨਸ ਨਹੀਂ ਦੇਖੇ ਸੀ। ਫਿਰ ਜਦੋਂ ਮੈਨੂੰ ਰਿਅਲਾਈਜੇਸ਼ਨ ਹੋਈ ਕਿ ਇਹ ਜਿਹੜਾ ਮੈਨੂੰ ਪ੍ਰੋਬਲਮ ਹੋਈ ਹੈ ਇਹ ਕਾਫੀ ਲੰਬਾ ਸਮਾਂ ਰਹਿਣ ਵਾਲੀ ਹੈ। ਪਹਿਲਾਂ ਸ਼ੁਰੂ 'ਚ ਬੰਦਾ ਡਿਸਹਾਰਟਨ ਹੁੰਦਾ, ਬੰਦਾ ਸੋਚਦਾ ਹੈ ਕਿ ਪਰਮਾਤਮਾ ਨੇ ਮੇਰੇ ਨਾਲ ਕਿਆ ਕਰ ਦਿੱਤਾ, ਇੱਦਾਂ ਦੀਆਂ ਬਹੁਤ ਸਾਰੀਆਂ ਮਨ ਦੇ ਵਿੱਚ ਨੈਗੇਟਿਵਿਟੀ ਹੁੰਦੀ ਹੈ। ਲੇਕਿਨ ਇੱਕ ਅੱਛਾ ਸਟੂਡੈਂਟ ਹੋਣ ਕਰਕੇ, ਐਜੂਕੇਸ਼ਨ ਦੇ ਵਿੱਚ ਮੇਰੇ ਇੰਟਰਸਟ ਹੋਣ ਕਰਕੇ ਮੈਂ ਨੈਕਸਟ ਈਅਰ ਦੁਬਾਰਾ ਸਕੂਲ ਜੁਆਇਨ ਕੀਤਾ, 10th ਕੀਤੀ, ਕਿਉਂਕਿ ਉਸ ਸਾਲ ਮੈਂ ਨਹੀਂ ਐਗਜ਼ਾਮ ਦਿੱਤੇ ਸੀ। ਔਰ ਫਿਰ ਮੈਂ ਆਪਣੇ ਆਪ ਨੂੰ ਇੰਡਲਜ ਕਰ ਲਿਆ ਐਜੂਕੇਸ਼ਨ ਦੇ ਵਿੱਚ, ਔਰ ਐਜੂਕੇਸ਼ਨ ਦੇ ਵਿੱਚ ਇੰਡਲਜ ਕਰਨ ਦੇ ਨਾਲ ਮੇਰੀ ਲਾਈਫ ਈਜ਼ੀ ਹੋ ਗਈ। ਜੋ ਨੈਗੇਟਿਵਿਟੀ ਸੀ ਉਹ ਕਾਫੀ ਹੱਦ ਤੱਕ ਘਟ ਗਈ। ਹੁਣ ਜਿੱਦਾਂ ਕਿਹਾ ਜਾਂਦਾ ਹੈ ਕਿ ਖਾਲੀ ਦਿਮਾਗ ਸ਼ੈਤਾਨ ਦਾ ਘਰ, ਹੁਣ ਜਦ ਦਿਮਾਗ ਹੀ ਮੇਰਾ ਬਿਜ਼ੀ ਹੈ ਮੈਂ ਨੈਗੇਟਿਵ ਗੱਲਾਂ ਸੋਚੂੰਗੀ ਨਹੀਂ। ਤਾਂ ਇਸ ਕਰਕੇ ਜਦੋਂ ਮੈਂ ਆਪਣੇ ਆਪ ਨੂੰ ਐਜੂਕੇਸ਼ਨ ਦੇ ਵਿੱਚ ਲਗਾ ਲਿਆ, ਫਿਰ ਬਸ ਪੜ੍ਹਾਈ ਪੜ੍ਹਨਾ, ਬਸ ਇਹੀ ਮੇਰਾ ਇੱਕ ਮੋਟਿਵ ਰਹਿ ਗਿਆ। ਮਤਲਬ ਕਿ ਜਦੋਂ ਚਾਹੇ ਤੁਹਾਡੇ ਹਾਲਾਤ ਉੱਦਾਂ ਦੇ ਬਣ ਗਏ, ਜਿਹੜਾ ਤੁਸੀਂ ਸੁਪਨਾ ਲਿਆ ਹੋਇਆ ਸੀ, ਕਿਉਂਕਿ ਜਦੋਂ ਅਸੀਂ ਵੀ ਬਚਪਨ 'ਚ ਪੜ੍ਹਦੇ ਸੀਗੇ ਤਾਂ ਅਸੀਂ ਘਰਦਿਆਂ ਨੂੰ ਕਦੇ ਬੜੇ ਹੋ ਕੇ ਡਾਕਟਰ ਬਣਨਾ, ਆਹ ਬਣਨਾ, ਹੈ ਨਾ, ਕਿਸੇ ਬੜੇ ਅਹੁਦੇ 'ਤੇ ਜਾਣਾ ਆ, ਤੇ ਤੁਸੀਂ ਵੀ ਛੋਟੇ ਹੁੰਦੇ ਸੁਪਨੇ ਲਏ ਸੀਗੇ, ਪਰ ਤੁਸੀਂ ਸੁਪਨਾ ਮਰਨ ਨਹੀਂ ਦਿੱਤਾ ਜੀ। ਮੇਰਾ ਵੈਸੇ ਮੈਂ ਜੋ ਬਚਪਨ ਤੋਂ ਮੇਰਾ ਸੁਪਨਾ ਸੀ ਉਹ ਸੀ ਡਾਕਟਰ ਬਣਨਾ। ਲੇਕਿਨ ਜੋ ਡਾਕਟਰ ਦੇ ਵਾਸਤੇ ਪੜ੍ਹਾਈ ਕਰਨੀ ਪੈਣੀ ਸੀ, ਮੈਡੀਕਲ ਸਟਰੀਮ ਦੇ ਵਿੱਚ ਜਾਣਾ ਪੈਣਾ ਸੀ, ਉਹ ਜੋ ਪ੍ਰੋਵੀਜ਼ਨ ਸੀ ਉਹ ਸਾਰਾ ਬਹੁਤ ਦੂਰ ਕਾਲਜ ਹੈ ਉੱਥੇ ਸੀ, ਔਰ ਮੇਰੇ ਭੈਣ ਭਰਾ ਉਸ ਕਾਲਜ ਦੇ ਕੋਲ ਪੜ੍ਹਦੇ ਸੀ ਜਿੱਥੇ ਮੈਂ ਸਟੱਡੀ ਕੀਤੀ ਹੈ, ਔਰ ਉੱਥੇ ਮੈਡੀਕਲ ਦਾ ਕੋਈ ਪ੍ਰੋਵੀਜ਼ਨ ਨਹੀਂ ਸੀ। ਇਸ ਕਰਕੇ ਮੈਂ ਉਸ ਚੀਜ਼ ਨੂੰ, ਉਸ ਟਾਈਮ ਇਹੀ ਆਪਸ਼ਨ ਸੀ ਮੇਰੇ ਪਾਸ ਕਿ ਜਿੱਥੇ ਮੇਰੇ ਭੈਣ ਭਰਾ ਪੜ੍ਹਦੇ ਆ ਛੋਟੇ, ਉਹ ਮੈਨੂੰ ਉੱਥੇ ਲੈ ਜਾਣ, ਲੈ ਕੇ ਆਉਣ। ਤਾਂ ਇਸ ਕਰਕੇ ਫਿਰ ਮੈਂ ਜਨਰਲ ਸਟੱਡੀ ਜੋ ਆਰਟਸ ਹੈ ਉਹ ਸਟਰੀਮ ਇੰਟਰ ਆਰਟਸ ਲਈ, ਔਰ ਉਸ ਟਾਈਮ ਇਹ ਸੀ ਕਿ ਮੈਥਸ ਟੀਚਰ ਬਣਨਾ ਹੈ, ਕਿਉਂਕਿ ਮੈਥਸ ਦੀ ਬਹੁਤ ਡਿਮਾਂਡ ਸੀ ਉਹਨਾਂ ਸਾਲਾਂ ਦੇ ਵਿੱਚ। ਅਤੇ ਮੈਥਸ ਔਰ ਇੰਗਲਿਸ਼ ਐਜ਼ B.Ed ਦੇ ਵਿੱਚ ਐਜ਼ ਟੀਚਿੰਗ ਸਬਜੈਕਟਸ ਲਏ, ਔਰ ਪਹਿਲਾਂ ਮੈਨੂੰ ਮੈਥ ਮਿਸਟਰਸ ਦੀ ਜੋਬ ਮਿਲੀ, ਉਸ ਤੋਂ ਬਾਅਦ ਫਿਰ ਮੈਨੂੰ ਇੰਗਲਿਸ਼ ਲੈਕਚਰਰ ਦੀ ਮਿਲ ਗਈ। ਤਾਂ ਮਤਲਬ ਮੇਰੇ ਕੋਲ ਪਹਿਲਾ ਜੋ ਸੁਪਨਾ ਸੀ ਡਾਕਟਰ ਬਣਨਾ, ਬਟ ਉਹ ਫੁੱਲਫਿਲ ਨਹੀਂ ਹੋ ਸਕਦਾ ਸੀ। ਇਸ ਕਰਕੇ ਜੋ ਸੈਕੰਡਰੀ ਮੇਰਾ ਜੋ ਡਰੀਮ ਹੈ ਉਹ ਫਿਰ ਓਬਵੀਅਸਲੀ ਟੀਚਿੰਗ ਕਰੀਅਰ ਜੋ ਹੈ ਲੇਡੀਜ਼ ਵਾਸਤੇ, ਲੜਕੀਆਂ ਵਾਸਤੇ ਸੇਫ ਹੈ ਔਰ ਬਹੁਤ ਅੱਛਾ ਹੈ, ਇਸ ਕਰਕੇ ਮੈਂ ਉਹਨੂੰ ਆਪਟ ਕੀਤਾ। ਤੇ ਮੈਮ ਜਦੋਂ ਤੁਸੀਂ ਹੈ ਨਾ ਆਪਣੇ 10th ਦੇ ਬਾਅਦ ਤੁਸੀਂ ਐਗਜ਼ਾਮ ਦਿੱਤੇ ਹੈ ਨਾ, ਫਿਰ ਦੁਬਾਰਾ ਇੱਕ ਨਵੀਂ ਕਹਿ ਸਕਦੇ ਕਿ ਜ਼ਿੰਦਗੀ ਦੀ ਸ਼ੁਰੂਆਤ ਹੋਈ ਹੈ ਨਾ, ਤੇ ਬਾਅਦ ਵਿੱਚ ਤੁਸੀਂ ਜਦੋਂ ਕਾਲਜੀਏਟ ਹੋਏ, ਕਾਲਜ ਦੇ ਵਿੱਚ ਗਏ, MA B.Ed ਜੋ ਵੀ ਤੁਸੀਂ ਸਟੱਡੀ ਹੈ ਨਾ ਕੀਤੀ, ਕੀ ਮੁਸ਼ਕਿਲ ਆਈਆਂ ਤੁਹਾਨੂੰ ਜੀ? ਮੁਸ਼ਕਿਲਾਂ ਤਾਂ ਇਸ ਤਰ੍ਹਾਂ ਸੀ ਜੀ, ਜਦੋਂ ਕਾਲਜ ਦੇ ਵਿੱਚ ਐਂਟਰ ਹੋਣ ਲੱਗੇ ਤਾਂ ਉਹ ਐਡਮਿਸ਼ਨ ਹੀ ਨਹੀਂ ਸੀ ਦੇ ਰਹੇ ਪਹਿਲਾਂ। ਉਹਨਾਂ ਵਾਸਤੇ ਵੀ ਇੱਕ ਅਲੱਗ ਤਰ੍ਹਾਂ ਦਾ ਬੱਚਾ ਹੈ, ਸਪੈਸ਼ਲ ਚਾਈਲਡ ਹੈ ਉਹ, ਔਰ 5 ਸਾਲ ਤੱਕ ਕਾਲਜ ਦੇ ਵਿੱਚ ਪੜ੍ਹਨਾ ਸੀ। ਮੈਂ +1 ਦੇ ਵਿੱਚ ਐਡਮਿਸ਼ਨ ਲੈਣ ਗਈ, ਫਿਰ ਉਹਨਾਂ ਨੇ ਪਹਿਲਾਂ ਪ੍ਰਿੰਸੀਪਲ ਨੇ ਟੀਚਰਸ ਦੇ ਨਾਲ ਮੀਟਿੰਗ ਕਾਲ ਕੀਤੀ, ਫਿਰ ਉਹਨਾਂ ਨੇ ਇਹ ਗੱਲ ਕੀਤੀ ਕਿ ਇਸ ਲੜਕੀ ਨੇ 5 ਸਾਲ ਤੱਕ ਪੜ੍ਹਨਾ ਹੈ, ਤੁਸੀਂ ਦੇਖੋ ਇਹਨੂੰ ਐਡਮਿਸ਼ਨ ਦਈਏ ਕਿ ਨਹੀਂ ਦਈਏ। ਔਰ ਉਸ ਤੋਂ ਬਾਅਦ ਉਹਨਾਂ ਨੇ ਫਿਰ ਡਿਸਾਈਡ ਕੀਤਾ, ਫਿਰ ਰੈਂਪਸ ਬਣਾਏ, ਫਿਰ ਉਹਨਾਂ ਨੇ ਇਹ ਸੋਚਿਆ ਕਿ ਜਿਹੜੀਆਂ ਇਹਦੀਆਂ ਕਲਾਸਿਸ ਹੋਣਗੀਆਂ ਉਹ ਸਾਰੀਆਂ ਗਰਾਊਂਡ ਫਲੋਰ 'ਤੇ ਲਗਾਵਾਂਗੇ। ਮਤਲਬ ਇਸ ਤਰ੍ਹਾਂ ਉਹਨਾਂ ਨੇ ਕੋਆਪਰੇਟ ਕੀਤਾ ਔਰ ਮੈਨੂੰ ਐਡਮਿਸ਼ਨ ਮਿਲ ਗਈ। ਇਹ ਇੱਕ ਸੀ ਉਸ ਮੇਰੀ ਜੋ ਮਨ ਦੇ ਵਿੱਚ ਇੱਕ ਕਸਕ ਰਹਿ ਗਈ, ਉਹ ਇਹ ਹੈ ਕਿ ਉਸ ਟਾਈਮ ਦੌਰਾਨ ਜੋ ਇੱਕ ਲਾਇਬ੍ਰੇਰੀ ਸੀ ਸਾਡੇ ਕਾਲਜ ਦੇ ਵਿੱਚ, ਉਹ ਫਸਟ ਫਲੋਰ 'ਤੇ ਸੀ, ਔਰ ਮੈਂ ਅੱਜ ਤੱਕ ਉਸ ਲਾਇਬ੍ਰੇਰੀ 'ਤੇ ਨਹੀਂ ਜਾ ਸਕੀ। ਹਾਂ, ਬਸ ਇਹ ਹੈ ਕਿ ਮੈਨੂੰ ਆਪਣੇ ਕਲਾਸਮੇਟਸ ਦੀ, ਟੀਚਰਸ ਦੀ ਹੈਲਪ ਲੈਣੀ ਪੈਂਦੀ ਸੀ, ਬਟ ਇੰਟਰਨਲ ਸੈਟਿਸਫੈਕਸ਼ਨ ਇਨਸਾਨ ਨੂੰ ਉਦੋਂ ਮਿਲਦੀ ਹੈ ਜਦੋਂ ਖੁਦ ਜਾਂਦਾ ਹੈ, ਤਾਂ ਉਹ ਮੈਂ ਨਹੀਂ ਕਰ ਪਾਈ। ਅਦਰਵਾਈਜ਼ ਸਾਰੇ ਕੋਆਪਰੇਟਿਵ ਸੀਗੇ, ਕੋਈ ਇੱਦਾਂ ਦੀ ਗੱਲ ਨਹੀਂ। ਹਾਂ, ਜਿੱਦਾਂ ਇੱਕ ਫਿਜ਼ੀਕਲੀ ਜੋ ਠੀਕ ਪਰਸਨ ਹੈ, ਹੈਲਦੀ ਪਰਸਨ ਹੈ, ਉਹ ਬੱਚਾ ਆਪਣੇ ਆਪ ਮੂਵ ਕਰ ਸਕਦਾ ਹੈ, ਬਾਜ਼ਾਰ ਜਾ ਕੇ ਨਵੀਆਂ ਬੁੱਕਸ ਲੈ ਸਕਦਾ ਹੈ, ਮਤਲਬ ਬਹੁਤ ਕੁਛ ਉਹਦੇ ਕੋਲ ਆਪਸ਼ਨਸ ਹੁੰਦੇ ਆ। ਲੇਕਿਨ ਮੇਰਾ ਜੋ ਦਾਇਰਾ ਸੀ ਉਹ ਬਹੁਤ ਲਿਮਿਟਿਡ ਸੀ। ਮੈਂ ਬਿਲਕੁਲ ਡਿਪੈਂਡੈਂਟ ਆਪਣੇ ਮਦਰ 'ਤੇ ਸੀ, ਔਰ ਮੇਰੇ ਮਦਰ ਹੀ ਜਾ ਕੇ ਫੋਟੋ ਸਟੇਟ ਕਰਾ ਕੇ ਕਦੀ ਲੈ ਕੇ ਆਉਂਦੇ ਸੀ, ਜਾਂ ਬੁੱਕਸ ਲੈ ਕੇ ਆਉਣੀਆਂ, ਲੈ ਕੇ ਜਾਣੀਆਂ, ਇਹ ਸਾਰਾ ਕੰਮ ਮੇਰੇ ਮਦਰ ਹੀ ਕਰਦੇ ਸੀਗੇ। ਤਾਂ ਇਸ ਕਰਕੇ ਇਹ ਇੱਕ ਨੈਗੇਟਿਵ ਆਸਪੈਕਟ ਹੈ ਵੀ ਡਿਸੇਬਲਡ ਹੋਣ ਦਾ, ਕਿ ਬੰਦਾ ਦੂਸਰੇ 'ਤੇ ਬਿਲਕੁਲ ਡਿਪੈਂਡੈਂਟ ਹੈ ਔਰ ਉਹ ਸਾਰਾ ਕੁਝ ਉਹਦੇ ਉੱਤੇ ਆਸਰੇ ਹੀ ਚੱਲਦਾ ਹੈ।
ਤੇ ਮੈਮ ਜਦੋਂ ਹਨਾ ਤੁਸੀਂ ਹੁਣ ਉਹ ਕਾਲਜ ਵਿੱਚੋਂ ਆਏ ਤੁਸੀਂ ਗਵਰਨਮੈਂਟ ਜੌਬ ਤੇ ਲੱਗ ਗਏ ਤਾਂ ਕਿਤੇ ਨਾ ਕਿਤੇ ਜਿਹੜੇ ਤੁਹਾਡੇ ਜਿਸ ਕਾਲਜ ਤੁਸੀਂ ਪੜ੍ਹੇ ਹੋ ਜਿਸ ਸਟਾਫ ਨੇ ਤੁਹਾਨੂੰ ਹਨਾ ਕੋਆਪਰੇਟ ਕੀਤਾ ਤਾਂ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਮਾਣ ਮਹਿਸੂਸ ਹੋਇਆ ਕਿ ਹਾਂ ਵੀ ਅਸੀਂ ਜੇ ਕੋਆਪਰੇਟ ਕੀਤਾ ਤਾਂ ਲੜਕੀ ਨੇ ਕੁਝ ਕਰਕੇ ਦਿਖਾਇਆ ਜੀ। ਬਿਲਕੁਲ ਜੀ ਬਿਲਕੁਲ ਸਾਰੇ ਜਿਹੜੇ ਮੇਰੇ ਟੀਚਰਸ ਹੈ ਉਹ ਅੱਜ ਤੱਕ ਮੇਰੇ ਨਾਲ ਇਨ ਟੱਚ ਹੈ ਮੇਰੇ ਨਾਲ ਮੈਂ ਉਹਨਾਂ ਨੂੰ ਕਾਲ ਕਰਦੀ ਹਾਂ ਮਿਲਦੇ ਹਾਂ ਕਿਤੇ ਤੇ ਬਹੁਤ ਹੀ ਮੈਨੂੰ ਪਿਆਰ ਕਰਦੇ ਆ ਉਦੋਂ ਵੀ ਮੈਨੂੰ ਬਹੁਤ ਪਿਆਰ ਕਰਦੇ ਸੀ ਉਦੋਂ ਮੈਨੂੰ ਬੁੱਕਸ ਵਗੈਰਾ ਦਿੰਦੇ ਸੀਗੇ ਤੇ ਇਸ ਕਰਕੇ ਉਹਨਾਂ ਨੂੰ ਮੇਰੇ ਤੇ ਬਹੁਤ ਮਾਣ ਹੈ ਸ਼ੁਰੂ ਤੋਂ ਹੀ ਮਾਣ ਰਿਹਾ ਹੈ ਕਿਉਂਕਿ ਮੈਂ ਇੱਕ ਮੈਰਿਟ ਹੋਲਡਰ ਸਟੂਡੈਂਟ ਸੀ ਔਰ ਮੈਨੂੰ 2 ਸਕਾਲਰਸ਼ਿਪ ਨੈਸ਼ਨਲ ਔਰ ਸਟੇਟ ਲੈਵਲ ਤੇ ਡਿਊਰਿੰਗ ਕਾਲਜ ਲਾਈਫ ਮੈਨੂੰ ਮਿਲਦੇ ਰਹੇ ਇਸ ਕਰਕੇ ਇੱਕ ਬ੍ਰਾਈਟ ਸਟੂਡੈਂਟ ਹੋਣ ਕਰਕੇ ਮੈਨੂੰ ਪਹਿਲਾਂ ਹੀ ਬਹੁਤ ਪਿਆਰ ਮਿਲਿਆ ਹੈ ਟੀਚਰਸ ਦਾ ਤੇ ਅੱਜ ਤੱਕ ਕਾਇਮ ਹੈ। ਤੇ ਮੈਮ ਹੋਰ ਇਹਨਾਂ ਤੋਂ ਇਲਾਵਾ ਹੋਰ ਕਿਹਨਾਂ ਦੀ ਕੰਟਰੀਬਿਊਸ਼ਨ ਜੇ ਆਪਾਂ ਗੱਲ ਕਰ ਲਈਏ ਤੁਹਾਡੇ ਫਰੈਂਡ ਸਰਕਲ ਦੀ ਸੀ ਜਾਂ ਰਿਲੇਟਿਵਸ ਦੀ ਗੱਲ ਕਰ ਲਈਏ ਸਿਸਟਰ ਬ੍ਰਦਰਸ ਦੀ ਗੱਲ ਕਰ ਲਈਏ ਹੋਰ ਕਿਹਨਾਂ ਦੀ ਕੰਟਰੀਬਿਊਸ਼ਨ ਰਹੀ ਤੁਹਾਨੂੰ ਸਕਸੈਸ ਕਰਨ ਲਈ? ਸਰ ਸਭ ਤੋਂ ਬੜੀ ਕੰਟਰੀਬਿਊਸ਼ਨ ਮੇਰੀ ਲਾਈਫ ਦੇ ਵਿੱਚ ਹੈ ਮੇਰੇ ਪੇਰੈਂਟਸ ਦੀ ਕਿਉਂਕਿ ਜੇ ਮੇਰੇ ਫਾਦਰ ਮੈਨੂੰ ਇੱਥੇ ਸਟੱਡੀ ਖਤਮ ਹੋਣ ਤੋਂ ਬਾਅਦ ਕਿਉਂਕਿ ਇੱਥੇ ਪੋਸਟ ਗ੍ਰੈਜੂਏਸ਼ਨ ਉਹਨਾਂ ਦਿਨਾਂ 'ਚ ਨਹੀਂ ਹੁੰਦੀ ਸੀ ਔਰ ਪੋਸਟ ਗ੍ਰੈਜੂਏਸ਼ਨ ਕਰਨ ਵਾਸਤੇ ਮੈਨੂੰ ਲੁਧਿਆਣਾ ਉਹਨਾਂ ਨੇ ਭੇਜਿਆ ਡੇਲੀ ਅਪ ਡਾਊਨ ਕਰਾਇਆ ਨਹੀਂ ਤਾਂ ਬਹੁਤ ਘੱਟ ਹਿੰਮਤ ਹੁੰਦੀ ਹੈ ਲੋਕਾਂ ਦੇ ਵਿੱਚ ਔਰ ਅਸੀਂ ਫਾਈਨੈਂਸ਼ਲੀ ਇੰਨੇ ਸਾਊਂਡ ਨਹੀਂ ਸੀ ਕਿ ਇਹ ਇੰਨਾ ਖਰਚਾ ਬੇਅਰ ਕਰ ਸਕਦੇ ਲੇਕਿਨ ਉਹਨਾਂ ਨੇ ਇੱਕ ਡਿਸੀਜ਼ਨ ਮੇਰੀ ਖੁਸ਼ੀ ਲੈ ਲਿਆ। ਦੂਸਰੀ ਨੰਬਰ 'ਤੇ ਮੇਰੇ ਮਦਰ ਜਿਹੜੇ ਹੈ ਉਹਨਾਂ ਦਾ ਅੱਜ ਤੱਕ ਰੋਲ ਸਭ ਤੋਂ ਜ਼ਿਆਦਾ ਰਿਹਾ ਹੈ ਕਿਉਂਕਿ ਮੇਰੇ ਮਦਰ ਮੇਰਾ ਸਾਰਾ ਕੰਮ ਜੋ ਮੈਨੂੰ ਨੈਸੈਸਿਟੀਜ਼ ਹੈ ਉਹ ਸਾਰੀਆਂ ਉਹ ਪੂਰੀਆਂ ਕਰਦੇ ਹੈ ਮੈਨੂੰ ਪੂਰਾ ਟੇਕ ਕੇਅਰ ਕਰਦੇ ਹੈ ਔਰ ਅੱਜ ਤੱਕ ਮੇਰੇ ਲਈ ਮਤਲਬ ਅਗਰ ਮੇਰੇ ਮਾਂ ਦਾ ਸਪੋਰਟ ਨਾ ਹੁੰਦਾ ਤਾਂ ਪਹਿਲੀ ਗੱਲ ਸ਼ਾਇਦ ਮੈਂ ਜੀਂਦੀ ਹੀ ਨਾ ਹੋ ਸਕਦਾ ਹੈ ਹੁਣ ਤੱਕ ਮੈਂ ਕਿੰਨੇ ਸਾਲ ਪਹਿਲਾਂ ਮਰ ਚੁੱਕੀ ਹੁੰਦੀ ਕਿਉਂਕਿ ਉਹਨਾਂ ਦੇ ਕਰਕੇ ਹੀ ਮੈਂ ਇਸ ਮੁਕਾਮ ਤੇ ਪਹੁੰਚੀ ਹਾਂ। ਉਸ ਤੋਂ ਬਾਅਦ ਮੇਰੇ ਬ੍ਰਦਰ ਸਿਸਟਰ ਉਹਨਾਂ ਦੋਨਾਂ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਹਾਲਾਂਕਿ ਦੋਨੋਂ ਮੇਰੇ ਤੋਂ ਛੋਟੇ ਹੈ ਲੇਕਿਨ ਫਿਰ ਵੀ ਉਹਨਾਂ ਨੇ ਹਰ ਸਪੋਰਟ ਕੀਤਾ ਔਰ ਅਗਰ ਅਸੀਂ ਫਰੈਂਡ ਸਰਕਲ ਦੀ ਗੱਲ ਕਰੀਏ ਜਾਂ ਨੀਅਰ ਐਂਡ ਡੀਅਰ ਦੀ ਗੱਲ ਕਰੀਏ ਤਾਂ ਫਿਰ ਮੇਰੇ ਫਰੈਂਡਸ ਅੱਛੇ ਰਹੇ ਹੈ ਕਾਲਜ ਟਾਈਮ ਵੀ ਲੇਕਿਨ ਟੀਚਿੰਗ ਕਰੀਅਰ ਦੇ ਦੌਰਾਨ ਮੈਨੂੰ ਕਿੰਨੇ ਸਾਰੇ ਪਰਸਨੈਲਿਟੀਜ਼ ਮਿਲੀਆਂ ਜਿਨ੍ਹਾਂ ਨੇ ਮੈਨੂੰ ਕਾਫੀ ਹਿੰਮਤ ਮੇਰੀ ਵਧਾਈ ਹੈ। ਉਹਨਾਂ ਵਿੱਚੋਂ ਇੱਕ ਰਜਤ ਮਿੱਡਾ ਜੀ ਸੀਗੇ ਉਹ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਮੂਸਾਪੁਰ ਦੇ ਵਿੱਚ ਸੀਗੇ ਉਹ ਐਜ਼ ਅ ਬ੍ਰਦਰ ਹੁਣ ਵੀ ਮੇਰੇ ਨਾਲ ਜੁੜੇ ਹੋਏ ਆ ਉਹਨਾਂ ਨੇ ਮੇਰਾ ਕਾਫੀ ਸਾਥ ਅੱਜ ਤੱਕ ਨਿਭਾਇਆ ਹੈ। ਔਰ ਜੇ ਸਕੂਲ ਦੀ ਗੱਲ ਕਰੀਏ ਮੈਂ ਪਿਛਲੇ 13 ਸਾਲ ਤੋਂ ਇਸ ਸਕੂਲ ਦੇ ਵਿੱਚ ਪੜ੍ਹਾ ਰਹੀ ਹਾਂ। ਇੱਥੇ ਸਾਡੇ ਵਾਈਸ ਪ੍ਰਿੰਸੀਪਲ ਸਰ ਔਰ ਬਾਅਦ 'ਚੋਂ ਉਹਨਾਂ ਨੇ ਆਫੀਸ਼ੀਏਟਿੰਗ ਵੀ ਐਜ਼ ਪ੍ਰਿੰਸੀਪਲ ਕੰਮ ਕੀਤਾ ਹੈ ਉਹ ਸ਼੍ਰੀ ਜਗਦੀਸ਼ ਰਾਏ ਜੀ ਉਹਨਾਂ ਨੂੰ ਮੈਂ ਆਪਣਾ ਮੈਂਟੋਰ ਮੰਨਦੀ ਹਾਂ ਕਿ ਉਹਨਾਂ ਨੇ ਮੇਰੇ ਅੰਦਰ ਜੋ ਮੈਂ ਇਮੋਸ਼ਨਲੀ ਬਹੁਤ ਵੀਕ ਲੜਕੀ ਸੀ ਜਦੋਂ ਮੈਂ ਇਸ ਇੰਸਟੀਟਿਊਸ਼ਨ ਦੇ ਵਿੱਚ ਆਈ ਲੇਕਿਨ ਉਹਨਾਂ ਨੇ ਮੈਨੂੰ ਇੰਨੀ ਸੂਝ-ਬੂਝ ਦੇ ਨਾਲ ਇੰਨਾ ਸਪੋਰਟ ਕੀਤਾ ਉਹਨਾਂ ਨੇ ਮੇਰੇ ਅੰਦਰ ਇੱਕ ਫਾਈਟਿੰਗ ਸਪਿਰਿਟ ਜੋ ਹੈ ਉਹ ਪੈਦਾ ਕੀਤੀ ਕਿ ਆਪਣੇ ਰਾਈਟਸ ਵਾਸਤੇ ਕਿੱਦਾਂ ਸਟੈਂਡ ਲੈਣਾ ਹੈ ਕਿੱਦਾਂ ਖੜੇ ਹੋਣਾ ਹੈ ਇਹ ਮੈਂ ਉਹਨਾਂ ਤੋਂ ਸਿੱਖਿਆ ਔਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਮੈਂ ਉਹਨਾਂ ਤੋਂ ਸਿੱਖਿਆ ਇਹਨਾਂ ਵਾਸਤੇ ਹਮੇਸ਼ਾ ਮੈਂ ਉਹਨਾਂ ਦੀ ਕਰਜ਼ਦਾਰ ਰਵਾਂਗੀ। ਜਿੰਨੀਆਂ ਵੀ ਪਰਸਨੈਲਿਟੀਜ਼ ਮੇਰੀ ਲਾਈਫ ਦੇ ਵਿੱਚ ਆਈਆਂ ਉਹ ਸਾਰੀਆਂ ਬਹੁਤ ਹੀ ਮਾਰਵਲਸ ਰਹੀਆਂ ਹਨ। ਤੇ ਮੈਮ ਮੈਂ ਇੱਕ ਸਵਾਲ ਕਰਨਾ ਚਾਹੂੰਗਾ ਕਿ ਜਿਸ ਤਰ੍ਹਾਂ ਜਿਹੜੇ ਇਸ ਤਰ੍ਹਾਂ ਹੋਰ ਜਿਹੜੇ ਮੈਂਟਲ ਡਿਸਟਰਬ ਕਈ ਲੋਕ ਹੁੰਦੇ ਆ ਜਾਂ ਸਰੀਰ ਪੱਖੀ ਹੈਂਡੀਕੈਪ ਹੋ ਜਾਂਦੇ ਆ ਉਹਨਾਂ ਦੇ ਪਰਿਵਾਰ ਵੱਲੋਂ ਸਾਂਭ ਸੰਭਾਲ ਨਹੀਂ ਕੀਤੀ ਜਾਂਦੀ ਕਈਆਂ ਨਾਲ ਉਹ ਜਿਹੜੀ ਚੀਜ਼ ਉਹਨਾਂ ਨੂੰ ਚਾਹੀਦੀ ਉਹ ਦਿੱਤੀ ਨਹੀਂ ਜਾਂਦੀ ਜਦ ਕਿ ਉਹ ਵੀ ਇਨਸਾਨ ਆ ਜੋ ਵੀ ਕੁਦਰਤ ਨੇ ਉਹਨਾਂ ਨਾਲ ਕਹਿਰ ਕਮਾਇਆ ਆਪਾਂ ਜਾਂ ਕਹਿ ਸਕਦੇ ਜਾਂ ਕੁਝ ਵੀ ਉਹਨਾਂ ਨਾਲ ਹੋਇਆ ਉਹ ਕੁਦਰਤ ਦੀ ਰਜ਼ਾ ਦੇ ਵਿੱਚ ਹੋ ਰਿਹਾ ਹੈ ਨਾ ਜੀ ਤਾਂ ਕਿਤੇ ਨਾ ਕਿਤੇ ਇਹ ਵੀ ਹੈ ਕਿ ਜੇ ਉਹਨਾਂ ਨੂੰ ਸਪੋਰਟ ਮਿਲੇ ਤਾਂ ਉਹ ਵੀ ਜ਼ਿੰਦਗੀ 'ਚ ਬਹੁਤ ਕੁਝ ਕਰ ਸਕਦੇ ਜਿਸ ਤਰ੍ਹਾਂ ਤੁਸੀਂ ਕੀਤਾ ਹੈ ਜੀ। ਬਿਲਕੁਲ ਜੀ ਬਿਲਕੁਲ ਤੁਸੀਂ ਬਹੁਤ ਸਾਰੇ ਕੇਸਿਸ ਦੇਖੇ ਹੋਣਗੇ ਜਿੱਦਾਂ ਪੈਰਾਲੰਪਿਕ ਹੋਈਆਂ ਹੈ ਉਹਦੇ ਵਿੱਚ ਤੁਸੀਂ ਦੇਖਿਆ ਹੈ ਕਿ ਕਿੰਨੇ ਸਾਰੇ ਮੈਡਲਸ ਮਿਲੇ ਆ ਉਹ ਫਿਜ਼ੀਕਲੀ ਡਿਸੇਬਲਡ ਪਰਸਨ ਸੀਗੇ ਜਿਨ੍ਹਾਂ ਨੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਆਪਣੇ ਸ਼ਹਿਰ ਦਾ ਮਾਂ-ਬਾਪ ਦਾ ਨਾਮ ਰੌਸ਼ਨ ਕੀਤਾ ਜੇ ਕਿਉਂਕਿ ਹਰ ਇਨਸਾਨ ਚਾਹੇ ਉਹ ਫਿਜ਼ੀਕਲੀ ਹੈਲਦੀ ਹੈ ਜਾਂ ਫਿਰ ਅਨਹੈਲਦੀ ਹੈ ਹਰੇਕ ਦੇ ਵਿੱਚ ਪਰਮਾਤਮਾ ਨੇ ਕੋਈ ਨਾ ਕੋਈ ਦਾਤ ਬਖਸ਼ੀ ਹੋਈ ਹੈ। ਮੇਨ ਸਾਡੀ ਨਜ਼ਰ ਇੱਕ ਪਛਾਣਨ ਵਾਲੀ ਨਹੀਂ ਹੈ ਸਾਡੇ ਕੋਲ ਜੇ ਅਸੀਂ ਉਸ ਚੀਜ਼ ਨੂੰ ਉਸ ਹੁਨਰ ਨੂੰ ਪਹਿਚਾਨ ਲਈਏ ਚਾਹੇ ਹੁਣ ਜਿੱਦਾਂ ਮੇਰਾ ਇੰਟਰਸਟ ਐਜੂਕੇਸ਼ਨ ਦੇ ਵਿੱਚ ਸੀ
ਤੇ ਮੈਂ ਐਜੂਕੇਸ਼ਨ ਦੇ ਵਿੱਚ ਕੁਝ ਕੀਤਾ। ਕਈ ਲੋਕ ਹੈ ਜਿਨ੍ਹਾਂ ਨੂੰ ਸਪੋਰਟਸ ਦੇ ਵਿੱਚ ਅੱਛੇ ਹੁੰਦੇ, ਉਹ ਸਪੋਰਟਸ ਲੈਂਦੇ ਆ। ਕਈ ਪਰਸਨਸ ਹੈ ਜਿਨ੍ਹਾਂ ਕੋਲ ਹੋਰ ਕੌਸ਼ਲ ਹੁੰਦਾ ਹੈ ਮਿਊਜ਼ਿਕ ਦੇ ਵਿੱਚ। ਤੁਸੀਂ ਦੇਖਦੇ ਹੋਵੋਗੇ ਬਲਾਈਂਡ ਜੋ ਜ਼ਿਆਦਾਤਰ ਪਰਸਨੈਲਿਟੀਜ਼ ਜਿਹੜੀਆਂ ਹੈਗੀਆਂ ਉਹ ਮਿਊਜ਼ਿਕ ਦੇ ਵਿੱਚ ਬਹੁਤ ਉਹਨਾਂ ਨੇ ਕਮਾਲ ਕੀਤਾ ਹੈ। ਰਵਿੰਦਰ ਜੈਨ ਦੀ ਉਦਾਹਰਨ ਸਾਡੇ ਸਾਹਮਣੇ ਹੈ। ਤੇ ਇਸ ਤਰ੍ਹਾਂ ਜੇ ਫਿਜ਼ੀਕਲੀ ਡਿਸੇਬਲਡ ਕੋਈ ਵੀ ਬੰਦਾ ਹੋ ਜਾਂਦਾ ਹੈ ਤਾਂ ਉਹਨੂੰ ਹਾਰ ਨਹੀਂ ਮੰਨਣੀ ਚਾਹੀਦੀ, ਕਿਉਂਕਿ ਉਹਨਾਂ ਕੋਲ ਜੇ ਪਰਮਾਤਮਾ ਇੱਕ ਦਰਵਾਜ਼ਾ ਬੰਦ ਕਰਦਾ ਹੈ ਤਾਂ 10 ਦਰਵਾਜ਼ੇ ਖੋਲ੍ਹਦਾ ਹੈ। ਤਾਂ ਉਹਨਾਂ ਦੇ ਕੋਲ ਇਨਬਿਲਟ ਕੋਈ ਨਾ ਕੋਈ ਹੁਨਰ ਕੌਸ਼ਲ ਜ਼ਰੂਰ ਹੋਏਗਾ ਜਿਹਨੂੰ ਜਸਟ ਪਹਿਚਾਨਣ ਦੀ ਜ਼ਰੂਰਤ ਹੈ ਔਰ ਉਸ 'ਤੇ ਸਖਤ ਮਿਹਨਤ ਦੀ ਕਰਨ ਦੀ ਜ਼ਰੂਰਤ ਹੈ। ਅਗਰ ਬੰਦਾ ਸਖਤ ਮਿਹਨਤ ਕਰੇ ਤਾਂ ਕੁਝ ਵੀ ਅਚੀਵ ਕੀਤਾ ਜਾ ਸਕਦਾ ਹੈ। ਮੈਂ ਗੱਲ ਕਰਨਾ ਚਾਹੂੰਗਾ ਕਿ ਜਿਸ ਤਰ੍ਹਾਂ ਆਪਾਂ ਗੱਲ ਕਰ ਲਈਏ ਕਿ ਜੋ ਔਰਤਾਂ ਆ ਹੈ ਨਾ, ਪੁਰਾਣੇ ਸਮੇਂ ਵਿੱਚ ਜਦੋਂ ਚੈਲੰਜਿੰਗ ਟਾਈਮ ਸੀਗਾ, ਜਿਸ ਟਾਈਮ ਔਰਤਾਂ ਨੂੰ ਘਰੋਂ ਬਾਹਰ ਨਾ ਨਿਕਲਣ ਦਿੱਤਾ ਜਾਂਦਾ, ਬਹੁਤ ਸਾਰੇ ਰੀਤੀ ਰਿਵਾਜਾਂ ਵਿੱਚ ਬੰਦਸ਼ਾਂ 'ਚ ਬੰਨ੍ਹ ਕੇ ਰੱਖਿਆ ਜਾਂਦਾ ਸੀ। ਤਾਂ ਉਸ ਟਾਈਮ ਜਿਹੜੇ ਸਵਿਤਰੀ ਬਾਈ ਫੂਲੇ ਵਰਗੇ ਇੱਕ ਮਹਾਨ ਔਰਤ ਹੋਏ ਜਿਨ੍ਹਾਂ ਨੇ ਸਟੱਡੀ ਦੇ ਵਿੱਚ ਹੈ ਨਾ ਲੇਡੀਜ਼ ਕੁੜੀਆਂ ਲਈ ਸਕੂਲ ਖੋਲ੍ਹਿਆ, ਜਾਂ ਕਲਪਨਾ ਚਾਵਲਾ, ਜੋ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਹੈ ਜਿਨ੍ਹਾਂ ਵਿੱਚ ਕੁੜੀਆਂ ਨੇ ਇਤਿਹਾਸ ਰਚਿਆ, ਵੀ ਦਿਖਾਇਆ ਵੀ ਹਾਂ ਕੁੜੀਆਂ ਜਿਹੜੀਆਂ ਉਹ ਮੁੰਡਿਆਂ ਨਾਲੋਂ ਘੱਟ ਨਹੀਂ। ਜਿਹੜਾ ਫਰਕ ਹੈ ਬੇਫਾਲਤੂ ਜਿਹੜਾ ਕੀਤਾ ਜਾਂਦਾ ਆ, ਪਰ ਉਹ ਫਰਕ ਕਿਤੇ ਨਾ ਕਿਤੇ ਅੱਜ ਵੀ ਜਿਉਂਦਾ ਹੈ ਜੀ। ਕਿਤੇ ਨਾ ਕਿਤੇ ਸਮਾਜ ਵਿੱਚ ਕੁੜੀਆਂ ਨੂੰ ਫਿਰ ਵੀ ਉਸੇ ਨਿਗਾਹ ਨਾਲ ਦੇਖਿਆ ਜਾਂਦਾ, ਫਿਰ ਵੀ ਕਿਹਾ ਜਾਂਦਾ ਵੀ ਹਾਂ ਕੁੜੀਆਂ ਤਾਂ ਕੁੜੀਆਂ ਹੁੰਦੀਆਂ ਆ, ਇਹ ਕੁਝ ਕਰ ਨਹੀਂ ਸਕਦੀਆਂ। ਪਰ ਤੁਸੀਂ ਇੱਕ ਜੀਂਦੀ ਜਾਗਦੀ ਐਗਜ਼ਾਮਪਲ ਹੋ ਨਾ ਸਾਹਮਣੇ। ਤੇ ਇਸ ਤਰ੍ਹਾਂ ਦੇ ਸਮਾਜ ਵਿੱਚ ਜਿਹੜਾ ਸੋਚ ਰੱਖਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ? ਸਰ ਜਿਸ ਟਾਈਮ ਦੀ ਤੁਸੀਂ ਗੱਲ ਕਰ ਰਹੇ ਹੋ ਕਾਫੀ ਪੁਰਾਣੀ, ਜਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਇੰਡੀਪੈਂਡੈਂਸ ਤੋਂ ਪਹਿਲਾਂ ਸਾਡੇ ਭਾਰਤ ਦੇ ਵਿੱਚ ਇਹ ਸਥਿਤੀ ਸੀ ਜਦੋਂ ਲੜਕੀਆਂ ਦੇ ਨਾਲ ਬਹੁਤ ਸਾਰੇ ਦੁਰਵਿਵਹਾਰ ਹੁੰਦੇ ਸੀ। ਸਤੀ ਪ੍ਰਥਾ ਸੀਗੀ ਉਸ ਟਾਈਮ, ਈਵਨ ਬਾਲ ਵਿਵਾਹ ਹੁੰਦਾ ਸੀ। ਇਹ ਸਾਰੀਆਂ ਚੀਜ਼ਾਂ ਉਸ ਟਾਈਮ ਕੁਰੀਤੀਆਂ ਸੀਗੀਆਂ। ਲੇਕਿਨ ਬਹੁਤ ਸਾਰੇ ਸੋਸ਼ਲ ਐਕਟਿਵਿਸਟ ਆਏ ਜਿਨ੍ਹਾਂ ਨੇ ਇਹ ਚੀਜ਼ਾਂ ਨੂੰ ਬੰਦ ਕਰਨ ਦੇ ਵਿੱਚ ਆਪਣਾ ਸਹਿਯੋਗ ਪਾਇਆ। ਔਰ ਉਸ ਤੋਂ ਬਾਅਦ ਫਿਰ ਸਾਡਾ ਕੌਨਸਟੀਟਿਊਸ਼ਨ ਜਦੋਂ ਬਣਿਆ, ਡਾਕਟਰ BR ਅੰਬੇਦਕਰ ਸਾਹਿਬ ਨੇ ਜਦੋਂ ਸਾਡਾ ਕੌਨਸਟੀਟਿਊਸ਼ਨ ਬਣਾਇਆ, ਉਹਦੇ ਵਿੱਚ ਲੜਕਿਆਂ ਦੇ ਇਕੁਅਲ ਰਾਈਟਸ ਦਿੱਤੇ। ਉਹ ਰਾਈਟ ਪ੍ਰੋਪਰਟੀ ਦਾ ਹੈ, ਉਹ ਰਾਈਟ ਓਪਨਲੀ ਕੁਝ ਵੀ ਬੋਲਣ ਦਾ ਹੈ, ਉਹ ਰਾਈਟ ਐਜੂਕੇਸ਼ਨ ਲੈਣ ਦਾ ਹੈ। ਹਰ ਤਰ੍ਹਾਂ ਦੇ ਅਧਿਕਾਰ ਇੱਕ ਲੜਕੇ ਔਰ ਲੜਕੀ ਦੇ ਲਈ ਉਹਨਾਂ ਨੇ ਇਹ ਪ੍ਰੋਵੀਜ਼ਨ ਸਾਨੂੰ ਦਿੱਤੇ। ਔਰ ਉਸ ਦਾ ਫਾਇਦਾ ਹੁਣ ਹੌਲੀ ਹੌਲੀ ਸੁਧਾਰ ਹੋ ਰਿਹਾ ਹੈ। ਔਰ ਜਿੱਦਾਂ ਤੁਸੀਂ ਕਿਹਾ ਕਿ ਅੱਜ ਵੀ ਕੁਝ ਏਰੀਆਜ਼ ਇੱਦਾਂ ਦੇ ਜ਼ਰੂਰ ਇੰਡੀਆ ਵਿੱਚ ਹੈ ਜਿਹੜੇ ਕਿ ਇੰਨੇ ਐਡਵਾਂਸਡ ਨਹੀਂ ਹੋਏ ਹੈ, ਜਿਹੜੇ ਹਜੇ ਵੀ ਲੜਕੀਆਂ ਨੂੰ ਘਰੋਂ ਬਾਹਰ ਜਾਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਹੈ। ਲੇਕਿਨ ਫਿਰ ਵੀ ਜ਼ਿਆਦਾਤਰ ਏਰੀਆਜ਼ ਦੇ ਵਿੱਚ ਇਹ ਜੋ ਲੜਕੀਆਂ ਹੈ ਉਹ ਮੁੰਡਿਆਂ ਨੂੰ ਬਹੁਤ ਟੱਕਰ ਦੇ ਰਹੀਆਂ ਹਨ ਔਰ ਸ਼ਾਇਦ ਉਹਨਾਂ ਨੂੰ ਤੋਂ ਐਕਸੀਡ ਕਰ ਰਹੀਆਂ ਹਨ। ਮਤਲਬ ਤੁਸੀਂ ਦੇਖੋ ਹਰ ਸਾਲ ਤੁਸੀਂ ਬੋਰਡ ਦੇ ਐਗਜ਼ਾਮ ਦੇ ਤੁਸੀਂ ਰਿਜ਼ਲਟਸ ਦੇਖਦੇ ਹੋ। ਈਵਨ ਮੈਂ ਬੀਇੰਗ ਅ ਟੀਚਰ ਅਸੀਂ ਦੇਖਦੇ ਹਾਂ, ਤੁਸੀਂ ਦੇਖਿਆ ਹੋਏਗਾ ਪੰਜਾਬ ਦੇ ਵਿੱਚੋਂ ਹਰ ਵਾਰ ਲੜਕੀਆਂ ਹੀ ਫਸਟ ਸੈਕਿੰਡ ਪੋਜੀਸ਼ਨ 'ਤੇ ਆਉਂਦੀਆਂ ਹਨ। ਬਹੁਤ ਰੇਅਰ ਕੇਸਿਸ ਮੇਰੇ 20 ਇਅਰਸ ਦੇ ਕਰੀਅਰ ਦੇ ਵਿੱਚ ਹੁੰਦੇ ਆ ਜਦੋਂ ਲੜਕੇ ਕੋਈ ਪੋਜੀਸ਼ਨ ਗ੍ਰੈਬ ਕਰਦੇ ਆ, ਅਦਰਵਾਈਜ਼ ਲੜਕੀਆਂ ਹੀ ਆਊਟਸਟੈਂਡਿੰਗ ਪਰਫਾਰਮ ਕਰਦੀਆਂ ਆ ਰਹੀਆਂ। ਇਸ ਕਰਕੇ ਲੜਕੀਆਂ ਨੇ ਆਪਣਾ ਮੁਕਾਮ ਹਾਸਿਲ ਕਿਤੇ ਨਾ ਕਿਤੇ ਕੀਤਾ ਹੈ। ਡਰਾਬੈਕਸ ਹੈ ਸੋਸਾਇਟੀ ਦੇ ਵਿੱਚ, ਲੇਕਿਨ ਹੌਲੀ ਹੌਲੀ ਇੰਪਰੂਵ ਹੋ ਰਹੀ ਹੈ ਤੇ ਹੋਪ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਜ਼ਿਆਦਾ ਇੰਪਰੂਵਮੈਂਟ ਆਏਗੀ। ਮੇਰਾ ਆਖਰੀ ਸਵਾਲ ਹੈ, ਜਿਹੜੇ ਲੋਕ ਹਿੰਮਤ ਹਾਰ ਚੁੱਕੇ ਜਿਹੜੇ ਕਹਿੰਦੇ ਲੈ ਜ਼ਿੰਦਗੀ ਤਾਂ ਹੁਣ ਖਤਮ ਹੈ ਜੀ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਜ਼ਿੰਦਗੀ ਨੂੰ ਕਿਸ ਤਰ੍ਹਾਂ ਜੀਣਾ ਚਾਹੀਦਾ, ਇੱਕ ਅਲੱਗ ਤਰੀਕੇ ਦੇ ਨਾਲ, ਸਮਾਜ ਤੋਂ ਅਲੱਗ ਸੋਚ ਕਿਸ ਤਰ੍ਹਾਂ ਬਣਾਈ ਜਾ ਸਕਦੀ, ਜਿਸ ਤਰ੍ਹਾਂ ਤੁਸੀਂ ਸੋਚ ਬਣਾ ਕੇ ਜ਼ਿੰਦਗੀ ਦਾ ਇੱਕ ਅਲੱਗ ਰਸਤਾ ਚੁਣ ਕੇ ਮੰਜ਼ਿਲ 'ਤੇ ਪਹੁੰਚੇ ਹੋ ਜੀ? ਸਰ ਮੈਂ ਤਾਂ ਇੱਕ ਗੱਲ ਕਹਿਣਾ ਚਾਹਾਂਗੀ ਕਿ ਇੱਕ ਜੋ ਤੁਹਾਡਾ ਪੋਜ਼ਿਟਿਵ ਫਰੇਮ ਆਫ ਮਾਈਂਡ ਹੈ, ਜੇ ਤੁਹਾਡਾ ਐਟੀਟਿਊਡ ਪੋਜ਼ਿਟਿਵ ਹੈ, ਜੇ ਤੁਸੀਂ ਇੱਕ ਜ਼ਿੰਦਗੀ ਦੇ ਸਕਾਰਾਤਮਕ ਪੱਖ ਨੂੰ ਦੇਖ ਰਹੇ ਹੋ ਤਾਂ ਤੁਸੀਂ ਨੈਗੇਟਿਵਿਟੀ ਤੋਂ ਦੂਰ ਆਪਣੇ ਆਪ ਨੂੰ ਰੱਖਦੇ ਹੋ। ਜਿੰਨਾ ਤੁਸੀਂ ਨੈਗੇਟਿਵ ਸੋਚੋਗੇ ਓਨਾ ਤੁਸੀਂ ਆਪਣੀ ਲਾਈਫ ਨੂੰ ਵੀ ਖਰਾਬ ਕਰੋਗੇ, ਆਪਣੇ ਆਲੇ ਦੁਆਲੇ ਬੰਦਿਆਂ ਦੀ ਲਾਈਫ ਨੂੰ ਵੀ ਖਰਾਬ ਕਰੋਗੇ। ਲੇਕਿਨ ਜੇ ਤੁਸੀਂ ਪੋਜ਼ਿਟਿਵ ਰਹਿੰਦੇ ਹੋ, ਤੁਸੀਂ ਹਮੇਸ਼ਾ ਬ੍ਰਾਈਟ ਸਾਈਡ ਦੇਖਦੇ ਹੋ ਕਿਸੇ ਵੀ ਸਿਚੁਏਸ਼ਨ ਦੀ, ਕਿਸੇ ਪਰਸਨ ਦੀ, ਤਾਂ ਤੁਸੀਂ ਹਮੇਸ਼ਾ ਉਹਦੇ ਵਿੱਚੋਂ ਕੁਝ ਨਾ ਕੁਝ ਚੰਗਾ ਲਓਗੇ। ਔਰ ਜਦੋਂ ਤੁਸੀਂ ਉਹਦੇ ਵਿੱਚੋਂ ਚੰਗਾ ਦੇਖੋਗੇ ਤਾਂ ਤੁਹਾਡੀ ਸੋਚ ਚੰਗੀ ਹੋਏਗੀ, ਔਰ ਜਦੋਂ ਚੰਗੀ ਸੋਚ ਹੋਏਗੀ ਉਹ ਤੁਹਾਡੇ ਐਕਸ਼ਨਸ ਦੇ ਵਿੱਚ ਆਏਗੀ। ਜਦੋਂ ਤੁਹਾਡੇ ਐਕਸ਼ਨਸ 'ਚ ਆਏਗੀ ਤੁਹਾਡਾ ਆਪਣਾ ਜੀਵਨ ਵੀ ਅੱਛਾ ਹੋਏਗਾ ਔਰ ਦੂਸਰਿਆਂ ਦਾ ਜੀਵਨ ਵੀ ਅੱਛਾ ਹੋਏਗਾ। ਸੋ ਮੈਮ, ਹੁਣ ਤੱਕ ਤੁਸੀਂ ਹੈ ਨਾ ਤਕਰੀਬਨ 20 ਸਾਲ ਦਾ ਤੁਹਾਡਾ ਕਰੀਅਰ ਹੋ ਚੁੱਕਿਆ, ਤੁਸੀਂ ਹੁਣ ਤੱਕ ਕਿਹੜੀਆਂ ਪ੍ਰਾਪਤੀਆਂ ਕੀਤੀਆਂ? ਕਿਉਂਕਿ ਅਲੱਗ ਤਰੀਕੇ ਨਾਲ ਤੁਸੀਂ ਪੜ੍ਹਾ ਰਹੇ ਹੋ, ਗੌਰਮੈਂਟ ਤੁਹਾਨੂੰ ਸਪੋਰਟ ਕਰ ਰਹੀ ਹੈ ਜੀ? ਜੀ ਸਰ, ਜਦੋਂ ਮੈਂ ਛੋਟੀ ਸੀ, ਮੈਂ ਜਿਸ ਤਰ੍ਹਾਂ ਦੱਸਿਆ ਕਿ ਮੈਂ
ਫਿਜ਼ੀਕਲੀ ਹੈਂਡੀਕੈਪ 10th ਦੇ ਵਿੱਚ ਹੋਈ। ਸਭ ਤੋਂ ਪਹਿਲਾਂ 10th ਕਲਾਸ ਦੇ ਵਿੱਚ ਹੀ ਮੈਨੂੰ ਹੈੱਡ ਗਰਲ ਚੁਣਿਆ ਗਿਆ, ਬੈਸਟ ਗਰਲ ਆਫ ਦ ਸਕੂਲ ਦਾ ਅਵਾਰਡ ਮਿਲਿਆ। ਉਸ ਤੋਂ ਬਾਅਦ ਜਦੋਂ ਮੈਂ ਕਾਲਜ ਦੇ ਵਿੱਚ ਆਈ ਉਦੋਂ ਮੈਨੂੰ ਬੈਸਟ ਗਰਲ ਆਫ ਦ ਕਾਲਜ ਦਾ ਅਵਾਰਡ ਵੀ ਮਿਲਿਆ 1997 ਦੇ ਵਿੱਚ। ਔਰ ਉਸ ਤੋਂ ਬਾਅਦ 1997 ਦੇ ਵਿੱਚ ਹੀ ਮੈਨੂੰ ਰਿਸਪੈਕਟਡ ਡੀਸੀ ਸਰ ਨੇ ਇਹ ਪੁਰਸਕਾਰ ਦਿੱਤਾ 26 ਜਨਵਰੀ ਨੂੰ। ਔਰ ਉਸ ਤੋਂ ਬਾਅਦ ਵੱਖ-ਵੱਖ ਡੀਸੀ ਸਾਹਿਬਾਨ ਵੱਲੋਂ ਮੈਨੂੰ 1997, 2009 ਔਰ 2020 ਦੇ ਵਿੱਚ ਸਨਮਾਨਿਤ ਕੀਤਾ ਜਾ ਚੁੱਕਾ ਹੈ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਆਪਣੇ ਯੋਗਦਾਨ ਵਾਸਤੇ। ਔਰ ਇਸ ਤੋਂ ਇਲਾਵਾ ਮੈਂ ਜਿਸ ਤਰ੍ਹਾਂ ਸਾਡਾ ਮੈਂ ਇੰਗਲਿਸ਼ ਦੀਆਂ ਬੁੱਕਸ ਲਿਖੀਆਂ ਹਨ, ਉਹਨਾਂ ਦੇ ਵਿੱਚ ਜਿੱਦਾਂ ਇੰਗਲਿਸ਼ ਗ੍ਰਾਮਰ ਹੈ ਉਹ +1 ਔਰ +2 ਵਾਸਤੇ ਹੈ, ਉਹ 2 ਕਿਤਾਬਾਂ ਲਿਖੀਆਂ ਹੈ। ਰੀਸੈਂਟਲੀ ਜੋ ਸਾਡਾ ਸਟੇਟ ਦਾ ਪ੍ਰੋਜੈਕਟ ਹੈ ਵੈਲਕਮ ਲਾਈਫ, ਉਹਦੀਆਂ ਜਿਹੜੀਆਂ ਬੁੱਕਸ ਹੈ ਉਹ ਮੈਂ ਟਰਾਂਸਲੇਟ ਕੀਤੀਆਂ ਹੈ, ਪ੍ਰੂਫ ਰੀਡ ਕੀਤਾ ਹੈ, ਉਹ ਆਉਣ ਵਾਲੀਆਂ ਹੈ। ਔਰ ਉਸ ਤੋਂ ਇਲਾਵਾ ਮੈਨੂੰ ਜੋ ਇੱਕ ਸੰਸਥਾ ਹੈ INSC ਬੈਂਗਲੌਰ, ਉਹਨਾਂ ਨੇ ਮੈਨੂੰ 2020 ਦੇ ਵਿੱਚ ਆਨਲਾਈਨ ਟੀਚਿੰਗ ਦੇ ਵਿੱਚ ਮੈਨੂੰ ਬੈਸਟ ਟੀਚਰ ਆਫ ਦ ਈਅਰ ਦਾ ਪੁਰਸਕਾਰ ਦਿੱਤਾ। ਔਰ ਰੋਟਰੀ ਕਲੱਬ ਮੁੰਬਈ ਵੈਸਟ ਕੋਸਟ ਨੇ ਟੀਚਰਸ ਡੇ ਦੇ ਉੱਤੇ ਮੈਨੂੰ ਉਹਨਾਂ ਨੇ ਨੇਸ਼ਨ ਬਿਲਡਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਪਿਛਲੇ ਸਾਲ। ਔਰ ਪਿਛਲੇ ਸਾਲ ਦੇ ਲਈ ਮੈਨੂੰ ਜੋ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਹੈ ਪੰਜਾਬ ਦਾ, ਉਹਨਾਂ ਵੱਲੋਂ ਮੈਨੂੰ ਸਟੇਟ ਅਵਾਰਡ ਦੇ ਨਾਲ ਨਵਾਜ਼ਿਆ ਗਿਆ। ਔਰ 2021 ਇਸ ਸਾਲ ਦੇ ਵਿੱਚ ਮੈਨੂੰ ਆਪਣੇ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਵੀ 5 ਸਤੰਬਰ ਨੂੰ ਹੀ ਸਟੇਟ ਅਵਾਰਡ ਦੇ ਨਾਲ ਨਵਾਜ਼ਿਆ ਗਿਆ ਹੈ। ਬਹੁਤ ਬਹੁਤ ਧੰਨਵਾਦ ਮੈਮ। ਸੋ ਇਹ ਸਨ ਪੂਜਾ ਸ਼ਰਮਾ ਮੈਮ ਸਾਡੇ ਨਾਲ ਜੁੜੇ ਹੋਏ ਸੀ, ਗੱਲਬਾਤ ਕੀਤੀ ਸੀ। ਜ਼ਿੰਦਗੀ ਜਿਹੜੀ ਹੈ, ਕਈ ਲੋਕ ਜ਼ਿੰਦਗੀ ਦੀ ਜੰਗ ਹਾਰ ਜਾਂਦੇ, ਪਰ ਇਹ ਇੱਕ ਮਿਸਾਲ ਆ ਮੈਮ ਜਿਹੜੇ ਬਣੇ ਆ ਮਿਸਾਲ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ, ਉਹਨਾਂ ਦਾ ਚੈਲੰਜ ਨੂੰ ਕਬੂਲ ਕਰਦੇ ਹੋਏ ਅੱਗੇ ਵਧੇ ਆ, ਇਤਿਹਾਸ ਬਣਾਇਆ ਕਿ ਆਪਾਂ ਕਹਿ ਸਕਦੇ, ਕਿਉਂਕਿ ਇਹਨਾਂ ਨੇ ਇੱਕ ਜੋ ਵੀ ਇਹਨਾਂ ਨੇ ਮੰਜ਼ਿਲ ਸੋਚੀ ਸੀ, ਚਾਹੇ ਸਰੀਰਕ ਪੱਖੀ ਕਮਜ਼ੋਰ ਹੋ ਚੁੱਕੇ ਸੀ, ਚਾਹੇ ਸਰੀਰਕ ਪੱਖੀ ਕੁਦਰਤ ਨੇ ਇੱਕ ਕਹਿਰ ਇਹਨਾਂ ਤੇ ਬਰਸਾਤਾ ਸੀ, ਪਰ ਜਿਹੜਾ ਇਹਨਾਂ ਨੇ ਦਿਮਾਗ ਦੇ ਨਾਲ ਉਸ ਚੀਜ਼ ਨੂੰ ਸੋਚ ਕੇ ਆਪਣੀ ਮੰਜ਼ਿਲ ਨੂੰ ਸਰ ਕੀਤਾ ਆ ਤੇ ਪਹੁੰਚੇ, ਤੇ ਹੁਣ ਜਿਹੜੀ ਆ ਗੌਰਮੈਂਟ ਸਕੂਲ ਵਿੱਚ ਸੇਵਾ ਨਿਭਾ ਰਹੇ ਆ, ਤੇ ਕਿਸ ਤਰ੍ਹਾਂ ਜ਼ਿੰਦਗੀ ਜਿਉਣੀ ਆ ਉਹ ਬੱਚਿਆਂ ਨੂੰ ਤੇ ਸਮਾਜ ਨੂੰ ਇੱਕ ਬਹੁਤ ਵਧੀਆ ਜਿਹੜਾ ਆ ਉਹ ਸੁਨੇਹਾ ਦੇ ਰਿਹਾ। ਸੋ ਕੈਮਰਾਮੈਨ ਦੀਪਕ ਮਿੱਤਲ ਦੇ ਨਾਲ ਅਮਨਦੀਪ ਸਿੰਘ ਗੜੀ।